ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਗਟ ਵਾਸੀ ਸਿੱਖ ਜੋ ਬੰਨੋ ਜਿਸ ਕੋ ਨਾਮ। ਬਹੁ ਸੰਗਤ ਲੈ ਸੰਗ ਨਿਜ ਦਰਸੈ ਗੁਰ ਅਬਿਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਕੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ। ਸੋਦਾ ਰਹਿਰਾਸ ਸਾਹਿਬ ਦੇ ਪਾਠ ਤੇ ਆਰਤੀ ਦੇ ਕੀਰਤਨ ਸਰਵਣ ਕੀਤੇ ਨੇ। ਆਓ ਹੁਣ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੀ ਪਾਵਨ ਕਥਾ ਨਾਲ ਜੁੜ ਜਾਈਏ। ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰ ਲਿਆ ਅਤੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਹੋਣ ਦੀ ਖਬਰ ਸਾਰੇ ਪਾਸੇ ਪਸਰ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਣ ਲੱਗੀਆਂ। ਰਾਮਸਰ ਦੇ ਸਥਾਨ ਤੇ ਬੜੇ ਭਾਰੀ ਜੋੜ ਮੇਲੇ ਹੋਏ ਹਨ। ਉਹ ਕਥਾ ਆਪਾਂ ਸਰਵਣ ਕਰ ਰਹੇ ਹਾਂ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਭਾਈ ਸਾਹਿਬ ਭਾਈ ਬੰਨੋ ਜੀ ਦਾ ਪ੍ਰਸੰਗ ਸ਼ੁਰੂ ਹੋ ਰਿਹਾ ਹੈ, ਉਹ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਗਟ ਵਾਸੀ ਸਿੱਖ ਜੋ। ਸਾਧ ਸੰਗਤ ਜੀ, ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਗੁਜਰਾਤ ਤਹਿਸੀਲ ਫਾਲੀਆ ਦੇ ਵਿੱਚ ਇੱਕ ਮਹਾਨ ਪਿੰਡ ਹੈ। ਉਹਦਾ ਨਾਮ ਹੈ ਮੰਗਟ। ਮੰਗਟ ਵਾਸੀ ਸਿੱਖ ਜੋ, ਇੱਥੋਂ ਦੇ ਇੱਕ ਮਹਾਨ ਸਿੱਖ ਬ੍ਰਹਮ ਗਿਆਨੀ ਕਰਨੀ ਵਾਲੇ ਹੋਏ ਹਨ। ਬੰਨੋ ਜਿਸ ਕੋ ਨਾਮ, ਜਿਨ੍ਹਾਂ ਦਾ ਨਾਮ ਭਾਈ ਬੰਨੋ ਸੀਗਾ। ਭਾਈ ਬੰਨੋ ਜੀ ਦਾ ਪਿੰਡ ਤੇ ਦਾਸ ਦੇ ਬਜ਼ੁਰਗਾਂ ਦਾ ਪਿੰਡ ਬਹੁਤ ਨੇੜੇ ਨੇੜੇ ਸੀ। ਸਾਡੇ ਬਜ਼ੁਰਗ ਉਹਨਾਂ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ। ਕਹਿੰਦੇ ਭਾਈ ਬੰਨੋ ਜੀ ਇਤਨੀ ਭਗਤੀ ਕੀਤੀ, ਇਤਨਾ ਨਾਮ ਜਪਿਆ ਵੀ ਉਹਨਾਂ ਦੇ ਤਾਬਿਆ ਸਾਰੀਆਂ ਹੀ ਸ਼ਕਤੀਆਂ ਰਿੱਧੀਆਂ ਸਿੱਧੀਆਂ ਆ ਕੇ ਖੜ ਗਈਆਂ। ਆਪ ਜੀ ਅੰਮ੍ਰਿਤ ਵੇਲੇ 1 ਵਜੇ ਉੱਠਿਆ ਕਰਦੇ ਸਨ ਤੇ ਉੱਠ ਕੇ ਦਾਤਣ ਮੂੰਹ 'ਚ ਪਾ ਲੈਣੀ ਤੇ ਆਪ ਜੀ ਨੇ ਬਾਹਰ ਜੰਗਲ ਪਾਣੀ ਜਾਣਾ। ਤੇ ਇੱਕ ਜ਼ਿਮੀਂਦਾਰ ਦਾ ਖੂਹ ਸੀ ਜੱਟ ਦਾ, ਉੱਥੇ ਜਾਣਾ ਤੇ ਭਾਈ ਸਾਹਿਬ ਜਦੋਂ ਜਾਂਦੇ ਸੀ ਤੇ ਖੂਹ ਆਪੇ ਚੱਲਣ ਲੱਗ ਪੈਂਦਾ ਸੀ। ਖੂਹ ਦੀ ਜਿਹੜੀ ਉਹ ਗਾਦੀ ਜਾਂ ਹਲਟ ਉਹ ਆਪੇ ਚੱਲ ਪੈਣਾ। ਜਦੋਂ ਖੂਹ ਦੀ ਗਾਦੀ ਚੱਲਣੀ ਤੇ ਭਾਈ ਸਾਹਿਬ ਨੇ ਜਾ ਕੇ 5 ਇਸ਼ਨਾਨਾਂ ਕਰਕੇ ਦਾਤਨ ਕਰਕੇ ਤੇ ਉੱਥੇ ਇਸ਼ਨਾਨ ਕਰ ਲੈਣਾ। ਇਸ਼ਨਾਨ ਕਰਕੇ ਤੇ ਆਪਣੇ ਘਰ ਆ ਜਾਣਾ। ਜਦੋਂ ਸਵੇਰੇ ਜੱਟ ਨੇ ਜਾਣਾ, ਉਹਨੇ ਦੇਖਣਾ ਵੀ ਰਾਤੀ ਖੂਹ ਕਿਵੇਂ ਗਿੜਿਆ। ਬਲਦ ਤਾਂ ਮੈਂ ਨਾਲ ਲੈ ਗਿਆ ਸੀ, ਕਿਸੇ ਬੰਦੇ ਦੇ ਪੈਰ ਵੀ ਨਹੀਂ, ਕਿਸੇ ਜਾਨਵਰ ਦੀ ਪੈੜ ਵੀ ਨਹੀਂ ਦਿਸਦੀ ਤੇ ਪਾਣੀ ਆਪੇ। ਉਹਨੇ ਹੈਰਾਨ ਹੋਈ ਜਾਣਾ। ਕਈ ਮਹੀਨੇ ਕਈ ਸਾਲ ਇੱਦਾਂ ਹੀ ਹੈਰਾਨ ਹੁੰਦਾ ਰਿਹਾ। ਫਿਰ ਉਹਨੇ ਸੋਚਿਆ ਵੀ ਆਪਾਂ ਪਤਾ ਕਰੀਏ। ਰਾਤ ਨੂੰ ਲੁੱਕ ਕੇ ਛੁਪ ਕੇ ਬਹਿ ਗਿਆ। ਜਦੋਂ ਲੁੱਕ ਕੇ ਬਹਿ ਗਿਆ ਤੇ ਭਾਈ ਸਾਹਿਬ ਭਾਈ ਬੰਨੋ ਜੀ 1 ਵਜੇ ਅੰਮ੍ਰਿਤ ਵੇਲੇ ਅੱਧੀ ਰਾਤ ਢਲੇ ਤੇ ਆਏ। ਜਦੋਂ ਆਏ ਤੇ ਉਹ ਖੂਹ ਚੱਲਣ ਲੱਗ ਪਿਆ। ਜਦੋਂ ਖੂਹ ਦਾ ਹੱਡ ਆਪੇ ਚੱਲਣ ਲੱਗ ਪਿਆ ਤੇ ਭਾਈ ਸਾਹਿਬ ਜੀ ਭਾਈ ਬੰਨੋ ਜੀ ਗਏ ਤੇ ਉਹਨਾਂ ਨੇ 5 ਇਸ਼ਨਾਨਾਂ ਕੀਤਾ। ਪਹਿਲਾਂ ਕੁਰਲਾ ਕੀਤਾ, ਫਿਰ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਤੁਰਨ ਲੱਗੇ ਤੇ ਉਹ ਝਾੜੀ 'ਚੋਂ ਲੁਕਿਆ, ਭੱਜ ਕੇ ਆ ਕੇ ਪੈਰੀਂ ਪੈ ਗਿਆ। ਚਰਨ ਫੜ ਲਏ, ਮੱਥਾ ਟੇਕਿਆ, ਕਹਿਣ ਲੱਗਾ ਮਹਾਂਪੁਰਸ਼ੋ ਤੁਹਾਡੀ ਮਹਿਮਾ ਬੜੀ ਮਹਾਨ, ਤਾਨੋ ਤੁਸੀਂ। ਮੈਂ ਕਈ ਸਾਲਾਂ ਤੋਂ ਇਹ ਸੋਚਦਾ ਸੀ ਮੇਰਾ ਖੂਹ ਰਾਤੀ ਕਿਵੇਂ ਕੌਣ ਚਲਾਉਂਦਾ, ਬਿਨਾਂ ਡੰਗਰਾਂ ਦੇ ਬਿਨਾਂ ਪਸ਼ੂਆਂ ਦੇ। ਜਾਂ ਤਾਂ ਖੂਹ ਗੇੜਦੇ ਸੀ ਬਲਦ, ਜਾਂ ਕਈ ਝੋਟਿਆਂ ਨਾਲ ਵੀ ਮਾਲੀਆਂ ਨਾਲ ਵੀ ਗੇੜ ਦਿੰਦੇ ਸੀ ਤੇ ਕਈ ਜ਼ਿਆਦਾ ਊਂਠਾਂ ਨਾਲ ਗੇੜਦੇ ਸੀ। ਨਾ ਕੋਈ ਊਂਠ ਹੈ, ਨਾ ਕੋਈ ਮਾਲੀ ਝੋਟਾ ਹੈ ਤੇ ਨਾ ਕੋਈ ਬਲਦਾਂ ਦੀ ਜੋਗ ਹੈ ਤੇ ਖੂਹ ਕਿਵੇਂ ਚੱਲਦਾ। ਮਹਾਰਾਜ
ਤੁਹਾਡੀ ਖੂਹ ਦਾ ਅਕਾਲ ਪੁਰਖ ਆਪ ਗੇੜਦਾ ਹੈ, ਤੁਸੀਂ ਮਹਾਨ ਹੋ, ਮੈਨੂੰ ਬਖਸ਼ੋ। ਭਾਈ ਸਾਹਿਬ ਕਹਿਣ ਲੱਗੇ ਵੀ ਗੁਰਮੁਖਾ, ਇਹ ਤੂੰ ਬੜੀ ਮਾੜੀ ਕੀਤੀ ਜਿਹੜਾ ਸਾਡਾ ਭੇਦ ਪਾ ਲਿਆ। ਸਾਡਾ ਭੇਦ ਤੂੰ ਪਾ ਲਿਆ, ਤੈਨੂੰ ਨਹੀਂ ਸੀ ਇਦਾਂ ਕਰਨਾ ਚਾਹੀਦਾ, ਪਰ ਚਲੋ ਜੇ ਵਾਹਿਗੁਰੂ ਨੂੰ ਮਨਜ਼ੂਰ ਸੀ, ਜਿੰਨਾ ਚਿਰ ਤੂੰ ਇਹ ਭੇਦ ਗੁਪਤ ਰੱਖੇਗਾ ਨਾ, ਉਹਨਾਂ ਚਿਰ ਤੇਰਾ ਖੂਹ ਆਪੇ ਗਿੜਿਆ ਕਰੇਗਾ। ਜਿੰਨਾ ਚਿਰ ਤੂੰ ਗੱਲ ਗੁਪਤ ਰੱਖੇਗਾ, ਕਿਸੇ ਨੂੰ ਦੱਸੇਗਾ ਨਹੀਂ, ਤੇ ਉਹਨਾਂ ਚਿਰ ਤੇਰਾ ਖੂਹ ਗਿੜੇਗਾ। ਪਰ ਜਦੋਂ ਕਿਤੇ ਤੂੰ ਇਹ ਗੱਲ ਦੱਸ ਦਿੱਤੀ, ਫਿਰ ਇਹ ਗੁਪਤ ਹੋ ਜਾਏਗੀ ਖੇਡ। ਦੱਸੀ ਨਾ, ਸਾਡਾ ਬਚਨ ਹੈ। ਉਹਨੇ ਜ਼ਿਮੀਦਾਰ ਨੇ ਮੰਨ ਲਿਆ। ਤੇ ਸਾਧ ਸੰਗਤ ਜੀ ਕਹਿੰਦੇ 12 ਸਾਲ ਸਾਡੇ ਬਜ਼ੁਰਗਾਂ ਨੇ ਦੱਸੀ ਗੱਲ, ਸਾਡੇ ਉਸ ਪਿੰਡ ਦੇ ਲਾਗੇ ਪਿੰਡ ਸੀਗਾ, ਮਾਂਗੜ ਤੋਂ 3-4 ਕਿਲੋਮੀਟਰ ਤੇ ਸਾਡਾ ਪਿੰਡ ਸੀ, ਗੋਬਿੰਦਪੁਰਾ, ਚੱਕ ਨੰਬਰ 26, ਪਾਕਿਸਤਾਨ ਵਿੱਚ, ਜ਼ਿਲ੍ਹਾ ਗੁਜਰਾਤ, ਤਹਿਸੀਲ ਫਾਲੀਆ ਦੇ ਭਾਈ ਸਾਹਿਬ ਦਾ ਪਿੰਡ ਮਾਂਗੜ ਸੀ। ਕਹਿੰਦੇ ਖੂਹ ਜਿਹੜਾ ਗਿੜਦਾ ਰਿਹਾ 12 ਸਾਲ ਪਿੱਛੋਂ ਨਾ, ਉਹ ਬੰਦਗੀ ਵੀ ਉਹਨੇ ਬੜੀ ਕੀਤੀ, ਬੜੀ ਕਮਾਈ ਹੋ ਗਈ, ਤੇ ਕਿਸੇ ਅੱਗੇ ਭੇਤ ਨਿਕਲ ਗਿਆ, ਮੂੰਹ ਤੋਂ ਗੱਲ ਨਿਕਲ ਜਾਂਦੀ ਹੈ। ਤੇ ਇਹ ਵੀ ਕਹਿ ਬੈਠਾ ਵੀ ਭਾਈ ਸਾਹਿਬ ਨੇ ਆ ਬਚਨ ਮੈਨੂੰ ਕਹੇ ਸੀ, ਮੈਂ ਹੁਣ ਦੱਸ ਬੈਠਾ। ਉਸ ਤੋਂ ਬਾਅਦ ਉਹ ਫਿਰ ਕਹਿੰਦੇ ਵੀ ਖੂਹ ਗਿੜਨ ਵਾਲੀ ਜਿਹੜੀ ਆਪਣੇ ਆਪ ਗਿੜਨ ਵਾਲੀ ਕਲਾ ਸੀ, ਉਹ ਗੁਪਤ ਹੋ ਗਈ। ਪਰ ਉੱਥੇ ਭਾਈ ਸਾਹਿਬ ਦਾ ਬੜਾ ਜਸ ਸੀ। ਭਾਈ ਸਾਹਿਬ ਨੂੰ ਗੁਰੂਆਂ ਤਰ੍ਹਾਂ ਪੂਜਦੀ ਸੀ ਸੰਗਤ ਗੁਜਰਾਤ ਜ਼ਿਲ੍ਹੇ ਵਿੱਚ। ਮਹਾਰਾਜ ਦੇ ਸਿੱਖ ਭਾਈ ਬੰਨੋ ਸਾਹਿਬ ਜੀ, ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਗਿਆ, ਤੇ ਭਾਈ ਸਾਹਿਬ ਆਪਣੇ ਪਿੰਡ ਮਾਂਗੜ ਦੀਆਂ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਆਏ ਨੇ। ਹਾਂਜੀ, ਬਹੁ ਸੰਗਤ ਲੈ ਸੰਗ ਨਿਜ, ਆਪਣੇ ਨਾਲ ਸੰਗਤਾਂ ਦਾ ਵੱਡਾ ਜਥਾ ਲੈ ਕੇ ਭਾਈ ਸਾਹਿਬ ਭਾਈ ਬੰਨੋ ਜੀ ਆਏ ਨੇ। ਦਰਸੈ ਗੁਰ ਅਭਿਰਾਮ, ਸੋਹਣੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਆ ਕੇ। ਹਾਂਜੀ, ਚੌਪਈ ਸੁਣ ਬੰਨੋ ਸਗਰੀ ਗੁਰ ਕਥਾ, ਭਾਈ ਬੰਨੋ ਜੀ ਨੇ ਸਾਰੀ ਕਥਾ ਸੁਣੀ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਜੀ ਨੇ ਕਿਵੇਂ ਕਿਵੇਂ ਲਿਖਵਾਇਆ, ਕਿੰਨੀ ਮਿਹਨਤ ਨਾਲ, ਕਿੰਨੀ ਘਾਲਣਾ ਨਾਲ ਮਹਾਰਾਜ ਦਾ ਗ੍ਰੰਥ ਤਿਆਰ ਹੋਇਆ। ਇਹ ਸਾਰੀ ਕਥਾ ਭਾਈ ਬੰਨੋ ਜੀ ਨੇ ਸੁਣੀ ਹੈ ਵੀ ਕਿਵੇਂ ਭਾਈ ਗੁਰਦਾਸ ਨੇ ਲਿਖਿਆ ਤੇ ਕਿਵੇਂ ਗੁਰੂ ਸਾਹਿਬ ਨੇ ਲਿਖਵਾਇਆ। ਹਾਂਜੀ, ਕਰਿਓ ਗ੍ਰੰਥ ਸਭ ਵੇਦਨ ਮੱਥਾ, ਇਹ ਵੀ ਸੁਣਿਆ ਵੀ ਸਾਰੇ ਵੇਦਾਂ, ਸ਼ਾਸਤਰਾਂ, ਸਿਮਰਤੀਆਂ, ਪੁਰਾਣਾ, ਸਾਰੇ ਧਰਮ ਗ੍ਰੰਥਾਂ ਦਾ ਨਿਚੋੜ ਕੱਢ ਦਿੱਤਾ, ਤੱਤ ਕੱਢ ਦਿੱਤਾ। ਇਹਦੇ ਤੋਂ ਵੱਧ ਕੇ ਹੋਰ ਕੋਈ ਮਹਾਨ ਗ੍ਰੰਥ ਨਹੀਂ ਬਣ ਸਕਦਾ। ਇਹ ਸਾਰਿਆਂ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਹੈ। ਇਹ ਜਦੋਂ ਗੱਲ ਸਾਧ ਸੰਗਤ ਜੀ ਭਾਈ ਬੰਨੋ ਜੀ ਨੇ ਸੁਣੀ ਹੈ। ਹਾਂਜੀ, ਕਨ ਸੰਗਤ ਲੈ ਕਰ ਤਬ ਆਇਓ, ਸਾਰੀ ਸੰਗਤ ਨੂੰ ਲੈ ਕੇ ਦਰਸ਼ਨਾਂ ਲਈ ਆਇਆ ਵੀ ਚਲੋ ਐਡਾ ਮਹਾਨ ਕਾਰਜ ਹੋਇਆ, ਗੁਰੂ ਸਾਹਿਬ ਦੀ ਬਾਣੀ ਦਾ ਗ੍ਰੰਥ ਤਿਆਰ ਹੋਇਆ, ਸੰਗਤੋ ਚਲੋ ਚਲੀਏ ਦਰਸ਼ਨ ਕਰੀਏ। ਹਾਂਜੀ, ਧਰੀ ਉਪਾਇਨ ਪਗ ਲਪਟਾਇਓ, ਉਥੋਂ ਲਗਭਗ ਸ੍ਰੀ ਅੰਮ੍ਰਿਤਸਰ 150-200 ਕਿਲੋਮੀਟਰ, 150 ਕਿਲੋਮੀਟਰ ਹੀ ਪੈਂਦਾ ਹੈ। ਪਰ ਲਾਹੌਰ ਤੋਂ ਕਹਿੰਦੇ ਆ ਵੀ ਗੁਜਰਾਤ 100 ਮੀਲ ਹੈ, ਇੰਨਾ 150 ਪੌਣੇ 200 ਲਾ ਲਓ। ਇੰਨਾ ਕੁ ਸਫ਼ਰ ਤੈਅ ਕਰਕੇ ਭਾਈ ਸਾਹਿਬ ਜੀ ਸੰਗਤਾਂ ਸਮੇਤ ਜਥਾ ਲੈ ਕੇ ਅੰਮ੍ਰਿਤਸਰ ਆ ਪਹੁੰਚੇ ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਭੇਟਾਵਾਂ ਰੱਖੀਆਂ। ਹਾਂਜੀ, ਸਭ ਸੰਗਤ ਨੇ ਦਰਸ਼ਨ ਕੀਨਸ, ਸਾਰੀ ਸੰਗਤ ਨੇ ਦਰਸ਼ਨ ਕੀਤੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ। ਹਾਂਜੀ, ਸੁਨਹਿ ਗ੍ਰੰਥ ਸਾਹਿਬ ਹਿਤ ਦੀਨਸ, ਬੜੇ ਪ੍ਰੇਮ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣੀ ਸੰਗਤਾਂ ਨੇ ਬੈਠ। ਬਾਬਾ ਬੁੱਢਾ ਜੀ ਪਾਠ ਸੁਣਾਉਂਦੇ ਸੀ, ਭਾਈ ਗੁਰਦਾਸ ਜੀ ਪਾਠ ਸੁਣਾਉਂਦੇ ਸੀ, ਬੜੇ ਪ੍ਰੇਮੀ ਸਿੱਖ ਪਾਠ ਸੁਣਦੇ ਸੀ ਬਹਿ ਕੇ। ਹਾਂਜੀ, ਕੇਤਕ ਦਿਨ ਵਸ ਗੁਰ ਤੀਰ, ਭਾਈ ਬੰਨੋ ਜੀ ਆਪਣੀਆਂ ਸੰਗਤਾਂ ਸਮੇਤ ਕਈ ਦਿਨ ਸ੍ਰੀ ਅੰਮ੍ਰਿਤਸਰ ਗੁਰੂ ਜੀ ਦੇ ਕੋਲ ਰਹੇ ਹਨ। ਹਾਂਜੀ, ਲੀਏ ਸੰਗ ਸੰਗਤ ਕੀ ਭੀੜ, ਸੰਗਤਾਂ ਦਾ ਬੜਾ ਵੱਡਾ ਜਥਾ ਭਾਈ ਬੰਨੋ ਜੀ ਦੇ ਨਾਲ ਆਇਆ ਹੋਇਆ ਸੀ। ਉਹ ਸੰਗਤਾਂ ਵੀ ਬਾਣੀ ਸੁਣਦੀਆਂ ਰਹੀਆਂ, ਕੋਈ ਲੰਗਰਾਂ 'ਚ ਸੇਵਾ ਕਰਦੇ ਰਹੇ, ਕੋਈ ਭਾਂਡੇ ਮਾਂਜਣ ਦੀ ਸੇਵਾ, ਕੋਈ ਲੰਗਰ ਪਕਾਉਣ ਦੀ ਸੇਵਾ। ਜਦੋਂ ਪਹਿਲਾਂ ਲੋਕ ਗੁਰੂ ਘਰ ਜਾਂਦੇ ਸੀ ਨਾ, ਅੱਜ ਕੱਲ੍ਹ ਤਾਂ ਅੰਮ੍ਰਿਤਸਰ ਜਾਈਦਾ ਤੇ ਏਸੀ ਕਮਰਾ ਮੰਗੀਦਾ, ਏਸੀ ਕਮਰਾ ਹੋਵੇ ਤੇ ਬਸ ਸੁੱਤੇ ਰਹੀਏ ਤੇ ਬਸ ਉੱਥੋਂ ਲੰਗਰ ਪ੍ਰਸ਼ਾਦਾ ਛਕੀਏ ਤੇ ਵਾਪਸ।
ਇਦਾਂ ਨਹੀਂ ਸੀ। ਪਹਿਲੇ ਜ਼ਮਾਨੇ 'ਚ ਸਿੱਖ ਤੁਰ ਕੇ ਜਾਂਦੇ ਸੀ, ਜਾ ਕੇ ਚਲੋ ਘੜੀ ਤੋਂ ਘੜੀ ਇੱਕ ਦਿਨ ਆਰਾਮ ਕਰ ਲਿਆ, ਫਿਰ ਅਗਲੇ ਦਿਨ ਉਹਨਾਂ ਨੇ ਸੇਵਾ ਤੇ ਲੱਗ ਜਾਣਾ। ਕਿਸੇ ਨੇ ਲੰਗਰ ਦੀ ਸੇਵਾ ਸਾਂਭ ਲੈਣੀ, ਭਾਂਡਿਆਂ ਦੀ ਸੇਵਾ ਸਾਂਭ ਲੈਣੀ, ਕਿਸੇ ਨੇ ਲੱਕੜਾਂ ਦੀ ਸੇਵਾ ਸਾਂਭ ਲੈਣੀ, ਕਿਸੇ ਨੇ ਝਾੜੂ ਦੀ। ਵੀ ਸੇਵਾ ਕਰੀਏ, ਗੁਰੂ ਘਰ ਆਏ ਆ, ਸਫਲਾ ਹੋਵੇ, ਭਾਵੇਂ 10 ਮਿੰਟ ਹੀ ਕਰੀਏ, ਸੇਵਾ ਨਾਲ ਸਰੀਰ ਸਫਲਾ ਹੁੰਦਾ। ਭਾਈ ਸਾਹਿਬ ਭਾਈ ਬੰਨੋ ਦੇ ਨਾਲ ਆਈ ਹੋਈ ਸੰਗਤ ਸੇਵਾ 'ਚ ਲੱਗ ਗਈ, ਜਾਂ ਨਾਮ ਜਪਣ ਲੱਗ ਪਏ, ਕੁਝ ਗੁਰਮੁਖ ਕੋਈ ਬਾਣੀ ਪੜ੍ਹਨ ਲੱਗ ਪਏ, ਕੋਈ ਸੇਵਾ ਕਰਨ, ਜਿਵੇਂ ਵੀ ਹੋਇਆ ਆਪਣੇ ਜਨਮ ਨੂੰ ਸੁਧਾਰਨ ਲਈ ਜੁਟ ਗਏ ਸਿੱਖ। ਹਾਂਜੀ, ਭਇਓ ਤਿਆਰ ਗਰ ਅੰਚਰ ਡਾਰੀ। ਕੁਝ ਦਿਨ ਪਿੱਛੋਂ ਵਾਪਸ ਜਾਣ ਦੀਆਂ ਤਿਆਰੀਆਂ ਹੋਈਆਂ। ਭਾਈ ਬੰਨੋ ਜੀ ਗਲ 'ਚ ਪੱਲਾ ਪਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ। ਹਾਂਜੀ, ਬੇਨਤੀ ਸ੍ਰੀ ਗੁਰ ਅਗਰ ਉਚਾਰੀ। ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਭਾਈ ਗੁਰਦਾਸ ਜੀ ਸਾਰੀ ਸੰਗਤ ਨੇ ਇਸ ਤਰ੍ਹਾਂ ਮੱਥਾ ਟੇਕਿਆ ਤੇ ਬੇਨਤੀ ਕਰਨ ਲੱਗੇ ਸਤਿਗੁਰਾਂ ਨੂੰ। ਹਾਂਜੀ, ਨਾਮ ਗਰੀਬ ਨਿਵਾਜ ਤੁਮਾਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡਾ ਨਾਮ ਗਰੀਬ ਨਵਾਜ ਹੈ, ਤੁਹਾਡਾ ਨਾਂ ਹੀ ਗਰੀਬ ਨਵਾਜ ਹੈ। ਗਰੀਬਾਂ ਨੂੰ ਨਵਾਜਣ ਵਾਲੇ ਹੋ ਤੁਸੀਂ। ਜਿਹੜਾ ਦੁਨੀਆ ਵਿੱਚ ਸਭ ਤੋਂ ਨਿਕਾਰਿਆ ਗਰੀਬ ਹੁੰਦਾ, ਉਹਨੂੰ ਕੋਈ ਨਹੀਂ ਪੁੱਛਦਾ, ਉਹਨੂੰ ਤੁਸੀਂ ਪੁੱਛਦੇ ਹੋ। ਹਾਂਜੀ, ਮਿਸ ਬਾਸਰ ਠਾਨਤ ਉਪਕਾਰਾ। ਤੇ ਤੁਸੀਂ ਲੋਕਾਂ ਦੇ ਉਪਕਾਰ ਕਰਦੇ ਹੋ, ਦਿਨ ਰਾਤ ਭਲਾ ਕਰਦੇ ਹੋ ਲੋਕਾਂ ਦਾ। ਹਾਂਜੀ, ਕਲਕੇ ਨਰਨ ਉਦਾਹਰਨ ਕਾਰਨ। ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਮਝ ਹਾਜ ਕੀ ਗ੍ਰੰਥ ਸੁਧਾਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੁਸੀਂ ਜਹਾਜ਼ ਬਣਾਇਆ। ਇਹ ਜਹਾਜ਼ ਬਣਾਇਆ ਤੁਸੀਂ ਕਲਯੁਗੀ ਜੀਵਾਂ ਨੂੰ ਪਾਰ ਲੰਘਾਉਣ ਵਾਸਤੇ, ਬਾਣੀ ਦਾ ਜਹਾਜ਼। ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿਹਨੇ ਪਾਰ ਲੰਘਣਾ, ਪੁਰਾਣੇ ਸਿੰਘ ਪੜਿਆ ਕਰਦੇ ਸੀ। ਇਹ ਮਹਾਰਾਜ ਤੁਸੀਂ ਜਹਾਜ਼ ਬਣਾਇਆ। ਹਾਂਜੀ, ਸਭ ਦਾਸਨ ਕਹੋ ਰਾਖਤ ਮਾਨੋ। ਤੇ ਆਪਣੇ ਦਾਸਾਂ ਦਾ ਮਾਣ ਰੱਖਣ ਵਾਲੇ ਹੋ ਤੁਸੀਂ, ਸਾਡਾ ਵੀ ਮਾਣ ਰੱਖ ਲਓ। ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ, ਬੇਨਤੀ ਕਰਨ ਲੱਗੇ ਮਹਾਰਾਜ ਤੁਹਾਡੇ ਚਰਨਾਂ 'ਚ। ਬੇਨਤੀ ਇਹ ਸਾਡੀ ਹੈ ਤਾਂ ਮੰਨਣੀ ਤੁਹਾਡੇ ਲਈ ਔਖੀ, ਪਰ ਤੁਸੀਂ ਮੰਨੋਗੇ। ਹਾਂਜੀ, ਮਨ ਬਾਂਛਿਤ ਦੇਹੋ ਕਿਰਪਾ ਨਿਧਾਨੋ। ਅਸੀਂ ਤੁਹਾਡੇ ਕੋਲੋਂ ਇੱਕ ਮੁਰਾਦ ਮੰਗਦੇ ਹਾਂ, ਸਾਡੀ ਮੁਰਾਦ ਪੂਰੀ ਕਰੋ, ਸਾਡੀ ਮਨ ਇੱਛਾ ਪੂਰੀ ਕਰੋ ਮਹਾਰਾਜ। ਹਾਂਜੀ, ਨੀਜੇ ਹੈ ਗ੍ਰੰਥ ਸਾਹਿਬ ਹਮ ਮੰਗਾ। ਸਾਨੂੰ ਗੁਰੂ ਗ੍ਰੰਥ ਸਾਹਿਬ ਮੰਗਵਾ ਦੇ ਦਿਓ। ਆਖੋ ਸਤਿ। ਭਾਈ ਬੰਨੋ ਸਾਹਿਬ ਜੀ ਬੜਾ ਵੱਡਾ ਸਵਾਲ ਕਰ। ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਮਹਾਰਾਜ ਨੂੰ ਜਾਨ ਤੋਂ ਵੀ ਪਿਆਰਾ ਹੈ, ਬੜੀ ਮੁਸ਼ਕਲ ਨਾਲ ਤਿਆਰ ਹੋਇਆ। ਭਾਈ ਬੰਨੋ ਕਹਿੰਦਾ ਮਹਾਰਾਜ ਮੈਨੂੰ ਦੇ ਦਿਓ, ਮੰਗਵਾ ਦਿਓ ਥੋੜੇ ਦਿਨਾਂ ਵਾਸਤੇ। ਹਾਂਜੀ, ਸਭ ਸਿੱਖਣ ਕੋ ਮਨ ਅਨੁਰਾਗਾ। ਸਾਡੀ ਸੰਗਤ ਦੇ ਮਨ 'ਚ ਪ੍ਰੇਮ ਹੈ। ਸਾਡੇ ਸਾਰੇ ਸਿੱਖਾਂ ਦੇ, ਗੁਜਰਾਤ ਜ਼ਿਲ੍ਹੇ ਦੇ ਸਿੱਖ ਅਸੀਂ ਆਏ ਹਾਂ, ਸਾਡੇ ਮਨ 'ਚ ਇੱਛਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਸਾਡੇ ਪਿੰਡ ਪੈਣ। ਸਭ ਤੋਂ ਪਹਿਲਾਂ ਘਰ ਚਰਨ ਪਵਾਉਣ ਦੀ ਜਿਹੜੀ ਰੀਤੀ ਹੈ, ਇਹ ਭਾਈ ਬੰਨੋ ਜੀ ਨੇ ਤੋਰੀ। ਆਪਾਂ ਚਾਹੁੰਦੇ ਨਾ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਦਾ ਪੈਰ ਸਾਡੇ ਘਰ ਪਵੇ, ਚਰਨ ਪੈਣ ਮਹਾਰਾਜ ਦੇ। ਖੰਡ ਪਾਠ ਕਰਾਉਂਦੇ ਆ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਾ ਲੈਂਦਾ, ਕੋਈ ਕੀਰਤਨ ਕਰਾ ਲੈਂਦਾ ਸਿੱਖ, ਕੋਈ ਸਹਿਜ ਪਾਠ ਕਰਾ। ਇਹ ਸ਼ੁਰੂ ਕਿੱਥੋਂ ਹੋਇਆ? ਗੁਜਰਾਤ ਦੇ ਸਿੱਖ ਆਏ ਨੇ ਭਾਈ ਬੰਨੋ ਜੀ ਸਮੇਤ। ਗੁਜਰਾਤ ਦੋ ਨੇ ਸਾਧ ਸੰਗਤ ਜੀ, ਗੁਜਰਾਤ ਕਾਠੀਆਵਾੜ ਬੰਬੇ ਵੱਲ ਜਿਹੜਾ ਸਟੇਟ ਵੱਖਰੀ, ਮਹਾਰਾਸ਼ਟਰ ਵੱਲ ਉਹ ਨਹੀਂ। ਇਹ ਗੁਜਰਾਤ ਪਾਕਿਸਤਾਨ ਦਾ ਜ਼ਿਲ੍ਹਾ ਹੈ, ਜ਼ਿਲ੍ਹਾ ਗੁਜਰਾਤ, ਇਹਨੂੰ ਦੌਲੇ ਦੀ ਗੁਜਰਾਤ ਕਹਿੰਦੇ ਆ। ਉੱਥੋਂ ਦੇ ਸਿੱਖ ਆਏ ਨੇ, ਕਹਿੰਦੇ ਮਹਾਰਾਜ ਮੰਗਵਾ ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਦਿਓ। ਪਹਿਲਾਂ ਇੱਕੋ ਹੀ ਸਰੂਪ ਸੀ, ਉਦੋਂ ਗੁਰੂ ਗ੍ਰੰਥ ਸਾਹਿਬ ਦਾ ਦੋ ਤਾਂ ਹੈ ਨਹੀਂ ਸੀ, ਇੱਕੋ ਹੀ ਸੀ। ਤੇ ਉਹ ਵੀ ਮੰਗ ਲਿਆ, ਸਾਨੂੰ ਦਿਓ, ਅਸੀਂ ਆਪਣੇ ਪਿੰਡ ਲੈ ਕੇ ਜਾਣਾ। ਹਾਂਜੀ, ਦੇਸ਼ ਵਿਖਿਆ ਸੰਗਤ ਸਮੁਦਾਈ। ਸਾਡੇ ਦੇਸ਼ ਦੀ ਸਾਰੀ ਸੰਗਤ ਦਰਸ਼ਨ ਕਰਨਾ ਚਾਹੁੰਦੀ ਹੈ। ਹਾਂਜੀ, ਦਰਸ਼ਨ ਕਰਿਓ ਚਹਿਤ ਹਿਤ ਲਾਈ। ਸਭ ਸੰਗਤਾਂ ਜਿਹੜੀਆਂ ਨਹੀਂ ਆਈਆਂ ਉਹ ਵੀ ਦਰਸ਼ਨ ਕਰ ਲੈਣੀਆਂ, ਤੇ ਨਾਲੇ ਸਾਡੇ ਪਿੰਡ ਮਹਾਰਾਜ ਤੁਹਾਡੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਪੈ ਜਾਣਗੇ। ਹਾਂਜੀ, ਬਿੱਲੋ ਲਿਖਿਓ ਗਇਓ ਨਹੀਂ ਦੂਜਾ। ਅਜੇ ਤਾਈਂ ਹੋਰ ਗੁਰੂ ਗ੍ਰੰਥ ਸਾਹਿਬ ਲਿਖਿਆ ਵੀ ਨਹੀਂ ਗਿਆ, ਸਾਨੂੰ ਪਤਾ ਵੀ ਅਜੇ ਇੱਕੋ ਹੀ ਹੈ। ਉਦੋਂ ਤੇ ਹੱਥ ਨਾਲ ਲਿਖਦੇ ਸੀਗੇ, ਤੇ ਗੁਰੂ ਗ੍ਰੰਥ ਸਾਹਿਬ ਅਜੇ ਇੱਕੋ ਹੀ ਹੈ, ਦੂਜਾ ਗ੍ਰੰਥ ਤਿਆਰ ਨਹੀਂ ਹੋਇਆ। ਹਾਂਜੀ, ਜਿਸ ਲੈ ਜਾਹੇ ਕਰਹਿ ਤਹਿ ਪੂਜਾ। ਜੇ ਹੋਰ ਹੁੰਦਾ ਅਸੀਂ ਉਹ ਲੈ ਜਾਂਦੇ, ਉਹਦੀ ਪੂਜਾ ਕਰ ਲੈਂਦੇ, ਪਰ ਮਹਾਰਾਜ ਗ੍ਰੰਥ ਇੱਕੋ ਹੀ ਹੈ, ਤੇ ਤੁਸੀਂ ਦੇ ਦਿਓ ਸਾਨੂੰ, ਮੰਗਵਾ ਦੇ ਦਿਓ, ਉਧਾਰਾ ਦੇ ਦਿਓ,
ਅਸੀਂ ਛੇਤੀ ਮੋੜ ਦੇਵਾਂਗੇ। ਹਾਂਜੀ, ਸਭ ਸੰਗਤ ਕੀ ਹੈ ਇਹ ਬੇਨਤੀ। ਇਹ ਸਾਰੀ ਸੰਗਤ ਦੀ ਬੇਨਤੀ ਹੈ, ਸਾਰੀ ਸੰਗਤ ਦੀ ਅਰਦਾਸ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਦਿਓ ਬੰਗਵਾ। ਹਾਂਜੀ, ਘਰ ਤੇ ਚਲਤ ਕੀਨ ਇਮ ਗਿਣਤੀ। ਅਸੀਂ ਪਿੰਡੋਂ ਸੋਚ ਕੇ ਤੁਰੇ ਸੀ, ਅਸੀਂ ਪਿੰਡੋਂ ਹੀ ਸੰਗਤ ਨੇ ਸਾਰੀ ਨੇ ਕਿਹਾ ਸੀ ਜੇ ਮਹਾਰਾਜ ਕਿਰਪਾ ਕਰਨਾ ਆਪਾਂ ਮੰਗਣਾ ਜ਼ਰੂਰ ਹੈ ਤੇ ਲੈ ਕੇ ਆਉਣਾ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਪਿੰਡ ਲਿਆਉਣਾ ਹੈ। ਹਾਂਜੀ, ਸੁਨ ਸ੍ਰੀ ਅਰਜਨ ਹਿਰਦੇ ਵਿਚਾਰੀ। ਭਾਈ ਬੰਨੋ ਨੇ ਮੰਗ ਬੜੀ ਵੱਡੀ ਕਰ ਲਈ, ਗੁਰੂ ਅਰਜਨ ਦੇਵ ਜੀ ਸੋਚਣ ਲੱਗ ਪਏ। ਹਾਂਜੀ, ਇਹ ਜਾਚਨ ਇਨ ਕੀਨਸ ਭਾਰੀ। ਬੜੀ ਵੱਡੀ ਮੰਗ ਕਰ ਲਈ, ਹੋਰ ਜਿਹੜੀ ਮਰਜ਼ੀ ਚੀਜ਼ ਮੰਗ ਲਵੇ ਗੁਰੂ ਨਾ ਨਹੀਂ ਕਰਦੇ, ਪਰ ਗ੍ਰੰਥ ਇੱਕੋ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਈ ਚੀਜ਼ ਕੋਈ ਨਹੀਂ, ਉਹ ਹੁਣ ਕਿਵੇਂ ਦੇ ਦਈਏ। ਹਾਂਜੀ, ਕਿ ਮਹਮ ਦੇ ਸਕਹਿ ਇੱਕ ਹੋਵਾ। ਇੱਕੋ ਗੁਰੂ ਗ੍ਰੰਥ ਸਾਹਿਬ ਕਿਵੇਂ ਦਈਏ ਇਹਨੂੰ। ਹਾਂਜੀ, ਨਹੀਂ ਦੇ ਸਿੱਖ ਮਾਨ ਕੋ ਖੋਵਾ। ਪਰ ਜੇ ਨਹੀਂ ਦਿੰਦੇ ਤਾਂ ਸਾਡੇ ਸਿੱਖ ਦਾ ਮਾਨ ਭੰਗ ਹੋਵੇਗਾ। ਭਾਈ ਬੰਨੋ ਜੀ ਬ੍ਰਹਮ ਗਿਆਨੀ, ਮਹਾਰਾਜ ਨੂੰ ਪਤਾ ਮਹਾਂਪੁਰਸ਼ ਨੇ, ਬ੍ਰਹਮ ਗਿਆਨੀ ਨੇ। ਬ੍ਰਹਮ ਗਿਆਨੀ ਸਿੱਖ ਦੀ ਤੇ ਗੁਰੂ ਦੀ ਇੱਕੋ ਗੱਲ ਹੁੰਦੀ, ਗੁਰੂ ਨਾਲ ਇੱਕ ਰੂਪ ਹੁੰਦਾ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮੇਸ਼ਰ ਦਾ ਹੀ ਰੂਪ ਹੁੰਦਾ। ਇਹਨੂੰ ਹੁਣ ਜਵਾਬ ਕਿਵੇਂ ਦਈਏ, ਨਾ ਵੀ ਨਹੀਂ ਕਰ ਸਕਦੇ ਤੇ ਹਾਂ ਵੀ ਨਹੀਂ ਕਰ ਸਕਦੇ। ਗੁਰੂ ਅਰਜਨ ਦੇਵ ਜੀ ਵਾਸਤੇ ਵੀ ਸਾਧ ਸੰਗਤ ਜੀ ਇਹ ਧਰਮ ਸੰਕਟ ਬਣ ਗਿਆ। ਹਾਂਜੀ, ਦੂਜੋ ਲਿਖਿਓ ਜਾਏ ਇਸ ਜੈਸੇ। ਦੂਜਾ ਗੁਰੂ ਗ੍ਰੰਥ ਸਾਹਿਬ ਲਿਖਿਆ ਜਾਵੇ, ਉਹ ਦਿੱਤਾ ਜਾਵੇ, ਗੱਲ ਵੱਖਰੀ, ਉਤਾਰਾ ਹੋ ਜਾਏ, ਕਾਪੀ ਹੋ ਜਾਏ, ਇੱਕੋ ਹੀ ਹੈ। ਇਹਨੂੰ ਹੁਣ ਕਿਵੇਂ ਦਈਏ। ਹਾਂਜੀ, ਤੌਸ ਖੈਨ ਦੇ ਬੋ ਇਹ ਲੈਸੇ। ਜੇ ਇੱਕ ਦਾ ਹੋਰ ਉਤਾਰਾ ਹੋ ਜਾਂਦਾ ਉਹ ਇਹਨਾਂ ਨੂੰ ਦੇ ਦਿੰਦੇ, ਇੱਕ ਤਾਂ ਸਾਡੇ ਕੋਲ ਹੁੰਦਾ, ਤੇ ਜੇ ਹੁਣ ਇੱਕੋ ਹੀ ਹੈ ਉਹ ਵੀ ਦੇ ਦਿੱਤਾ ਤੇ ਸਾਡੇ ਕੋਲ ਫਿਰ ਕੀ ਰਹਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਹਾਂਜੀ, ਅਬ ਤੋਂ ਤਿਆਰ ਇੱਕ ਹੀ ਹੈ। ਮਹਾਰਾਜ ਕਹਿੰਦੇ ਜੀ ਤਾਂ ਇੱਕੋ ਹੀ ਗ੍ਰੰਥ ਤਿਆਰ ਹੈ, ਇਹਨੂੰ ਅਸੀਂ ਕਿਵੇਂ ਦੇ ਦਈਏ। ਹਾਂਜੀ, ਇਸ ਪ੍ਰਕਾਰ ਇਹ ਸਿੱਖ ਸੋ ਕਹੈ। ਇਹ ਸਿੱਖ ਨੂੰ ਹੁਣ ਕੀ ਜਵਾਬ ਦਈਏ। ਸਤਿਗੁਰੂ ਸੋਚਣ ਲੱਗ ਪਏ ਪੰਜਵੇਂ ਪਾਤਸ਼ਾਹ ਜੀ। ਹਾਂਜੀ, ਇੱਕ ਤੋਂ ਸੰਗਤ ਕੋ ਮੁਹਰਲੀ। ਇੱਕ ਤਾਂ ਇਹ ਗੁਰੂ ਦੀ ਸੰਗਤ ਦਾ ਆਗੂ ਹੈ, ਬੰਨੋ ਭਾਈ ਬ੍ਰਹਮ ਗਿਆਨੀ, ਗੁਜਰਾਤ ਦੀ ਸੰਗਤ ਲੈ ਕੇ ਆਇਆ ਹੈ। ਹਾਂਜੀ, ਆਏ ਸੰਗ ਬਹੁ ਹੋਏ ਸਕੇਲੀ। ਬੜੀ ਸੰਗਤ ਇਕੱਠੀ ਕਰਕੇ ਗੁਰੂ ਦਰਸ਼ਨਾਂ ਲਈ ਆਇਆ ਹੈ। ਹਾਂਜੀ, ਦੂਜਾ ਪ੍ਰੇਮੀ ਹੈ ਮਹਾਨਾ। ਦੂਜਾ ਇਹ ਪ੍ਰੇਮੀ ਸਿੱਖ ਹੈ, ਵਿਖਾਵੇ ਦਾ ਸਿੱਖ ਨਹੀਂ, ਵਡਿਆਈ ਦਾ ਭੁੱਖਾ ਨਹੀਂ, ਇਹ ਅੰਦਰੋਂ ਬਾਹਰੋਂ ਇੱਕੋ ਜਿਹਾ ਹੈ, ਇਹ ਰੰਗਿਆ ਹੋਇਆ ਗੁਰੂ ਦੇ ਨਾਨਕ ਦੇ ਰੰਗ ਵਿੱਚ। ਹਾਂਜੀ, ਨਹੀਂ ਦੇਹ ਤੋ ਹੱਥ ਹੋਏ ਮਨ। ਜੇ ਇਹੋ ਜਿਹੇ ਪ੍ਰੇਮੀ ਸਿੱਖ ਨੂੰ ਜਵਾਬ ਦਈਏ ਤਾਂ ਉਹਦਾ ਮਾਣ ਟੁੱਟੇਗਾ, ਸਤਿਕਾਰ ਨਹੀਂ ਰਹੇਗਾ। ਹਾਂਜੀ, ਕੇਤਕ ਕਾਲ ਭੂਸ਼ਣ ਭਗਵੰਤੇ। ਕੁਝ ਸਮਾਂ ਮਹਾਰਾਜ ਚੁੱਪ ਰਹੇ, ਧੰਨ ਗੁਰੂ ਅਰਜਨ ਦੇਵ ਜੀ ਸੋਚਦੇ ਰਹੇ। ਹਾਂਜੀ, ਦੇਹ ਕੇ ਨਹੀਂ ਹਿਰਦੈ ਚਿਤਵੰਤੇ। ਮਨ 'ਚ ਸੋਚਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਈਏ ਕਿ ਨਾ ਦਈਏ। ਪੁਨ ਬੋਲੇ ਸ੍ਰੀ ਗੁਰੂ ਗੁਸਾਈ। ਫਿਰ ਗੁਰੂ ਅਰਜਨ ਦੇਵ ਜੀ ਬੋਲੇ। ਹਾਂਜੀ, ਬਿਖਮ ਬਾਤ ਇਹ ਬੰਨੋ ਭਾਈ। ਭਾਈ ਸਾਹਿਬ ਬੰਨੋ ਜੀ, ਮਹਾਂਪੁਰਸ਼ੋ, ਇਹ ਬੜੀ ਔਖੀ ਖੇਡ ਕਰਤੀ, ਬੜਾ ਤੁਸੀਂ ਔਖਾ ਸਵਾਲ ਸਾਡੇ ਸਾਹਮਣੇ ਪਾਤਾ। ਹਾਂਜੀ, ਬੇਨਤੀ ਕਰਤ ਰਹੇ ਹੋਏ ਠਾਂਡੋ। ਤੇ ਤੁਸੀਂ ਬੇਨਤੀ ਵੀ ਇਹੋ ਜਿਹੀ ਕੀਤੀ ਆ ਵੀ ਅਸੀਂ ਹੁਣ ਬੇਵਸ ਹੋ ਗਏ, ਨਾ ਅਸੀਂ ਹਾਂ ਕਰਨ ਜੋਗੇ ਆ ਤੇ ਨਾ ਭਾਈ ਸਾਹਿਬ ਤੁਹਾਨੂੰ ਨਾ ਕਰਨ ਜੋਗੇ। ਹਾਂਜੀ, ਲੈ ਬੇ ਗ੍ਰੰਥ ਪ੍ਰੇਮ ਔਰ ਬਾਡੋ। ਤੇ ਤੁਸੀਂ ਪ੍ਰੇਮ ਨਾਲ ਗੁਰੂ ਗ੍ਰੰਥ ਸਾਹਿਬ ਲਿਜਾਣਾ ਚਾਹੁੰਦੇ ਹੋ, ਅਸੀਂ ਸਮਝਦੇ ਹਾਂ ਵੀ ਤੁਸੀਂ ਪ੍ਰੇਮ ਨਾਲ ਮੰਗ ਰਹੇ ਹੋ, ਤੁਹਾਡੇ ਅੰਦਰ ਕੋਈ ਛਲ ਕਪਟ ਨਹੀਂ, ਤੁਹਾਡੇ ਅੰਦਰ ਕੋਈ ਬੇਈਮਾਨੀ ਨਹੀਂ, ਤੁਹਾਡੇ ਅੰਦਰ ਕੋਈ ਦੁਨਿਆਵੀ ਗੱਲ ਕੋਈ ਵੀ ਨਹੀਂ, ਤੁਹਾਡੇ ਅੰਦਰ ਸਿਰਫ ਪਿਆਰ ਹੈ। ਇਹ ਪਿਆਰ ਹੈ ਵੀ ਗੁਰੂ ਮਹਾਰਾਜ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਸਾਡੇ ਘਰ ਜਾਵੇ, ਸਾਡੇ ਪਿੰਡ ਚਰਨ ਪੈਣ। ਪਰ ਭਾਈ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਕੋ ਹੀ ਹੈ, ਅਜੇ ਇਹਦਾ ਦੂਸਰਾ ਉਤਾਰਾ, ਇਹਦੀ ਦੂਸਰੀ ਕਾਪੀ ਹੋਈ ਨਹੀਂ। ਹਾਂਜੀ, ਇਹ ਏਕ ਕਿਵੇਂ ਦਿਓ ਨਾ ਜਾਈ। ਇੱਕੋ ਹੀ ਹੈ ਨਾ, ਹੁਣ ਕਿਵੇਂ ਦਈਏ ਅਸੀਂ। ਸਾਡੇ ਕੋਲ ਜੋ ਇੱਕੋ ਹੈ, ਜੇ ਸਾਡੇ ਕੋਲ ਦੋ ਹੁੰਦੇ, ਇੱਕ ਗ੍ਰੰਥ ਸਾਹਿਬ ਅਸੀਂ ਤੁਹਾਨੂੰ ਦੇ ਦਿੰਦੇ, ਅਸੀਂ ਆਪ ਰੱਖ ਲੈਂਦੇ ਇੱਕ। ਹੁਣ ਹੈ ਹੀ ਇੱਕੋ, ਤੁਹਾਨੂੰ ਦਈਏ ਕਿ ਆਪ ਰੱਖੀਏ। ਹਾਂਜੀ, ਸਭ ਤੇਰੋ ਮਾਨ ਸੋ ਘਟ ਜਾਈ। ਜੇ ਹੁਣ ਅਸੀਂ ਤੁਹਾਨੂੰ ਜਵਾਬ ਦਿੰਦੇ ਆ ਤਾਂ ਭਾਈ ਸਾਹਿਬ ਤੁਹਾਡਾ ਮਾਨ ਭੰਗ ਹੁੰਦਾ ਹੈ, ਤੇ ਜੇ ਤੁਹਾਨੂੰ ਅਸੀਂ ਹਾਂ ਕਰਦੇ ਆ ਤੇ ਸਾਡੇ ਹੱਥੋਂ ਗੁਰੂ ਗ੍ਰੰਥ ਸਾਹਿਬ ਜਾਂਦਾ। ਹਾਂਜੀ, ਅਨਬਨ ਬਣੀ ਕਹਿ ਕਿਆ ਤੋਹੀ। ਹੁਣ ਸਾਡੇ ਵਾਸਤੇ ਤਾਂ ਤੁਸੀਂ
ਅਣਬਣ ਦੀ ਬਣਾ ਅਸਮੰਜਸ ਗੱਲ ਹੋ ਗਈ ਹੈ। ਅਸੀਂ ਹੁਣ ਨਾ ਤੁਹਾਨੂੰ ਹਾਂ ਕਰਨ ਜੋਗੇ ਤੇ ਨਾ ਵੀ ਨਹੀਂ ਕਰ ਸਕਦੇ। ਹਾਂਜੀ, ਅਬ ਸੁਨ ਲੇਹੋ ਨੀਕ ਜਿਮ ਰਹੋਹੀ। ਲਓ ਫਿਰ ਭਾਈ ਸਾਹਿਬ, ਭਾਈ ਬੰਨੋ ਜੀ, ਸਾਡਾ ਹੁਣ ਬਚਨ ਸੁਣ ਲਓ। ਅਸੀਂ ਹੁਣ ਤੁਹਾਨੂੰ ਇੱਕ ਤਰੀਕਾ ਦੱਸਦੇ ਹਾਂ। ਹਾਂਜੀ, ਆਪਣੀ ਪੁਰੀ ਰਾਖਿਕ ਰਾਤੀ। ਲੈ ਜਾਓ ਗੁਰੂ ਗ੍ਰੰਥ ਸਾਹਿਬ, ਨਾ ਨਹੀਂ ਕਰ। ਧੰਨ ਗੁਰੂ ਅਰਜਨ ਸਾਹਿਬ ਬਾਣੀ ਕਹਿੰਦੇ ਮੇਰੀ ਬੰਨ ਦੀ ਭਗਤ ਛਡਾਵੇ। ਕਦੀ ਉਹ ਅਕਾਲ ਪੁਰਖ ਵਾਹਿਗੁਰੂ ਬੰਨ ਦੇਵੇ ਨਾ ਤੇ ਉਹਦੇ ਭਗਤ, ਉਹਦੇ ਸਿੱਖ ਛਡਾ ਸਕਦੇ ਨੇ। ਜੇ ਗੁਰੂ ਦੇ ਸਿੱਖ ਬੰਨ ਦੇਣ, ਗੁਰੂ ਨਹੀਂ ਛਡਾ ਸਕਦਾ। ਮੇਰੀ ਬੰਨ ਦੀ ਭਗਤ ਛੁਡਾਵੇ ਤੇ ਬੰਨ੍ਹ ਭਗਤ ਨਾ ਛੂਟੈ ਮੋਏ। ਇੱਕ ਸਮੇਂ ਮੋਕੋ ਗਿਆ ਬੰਨ੍ਹ, ਇਹੋ ਜਿਹਾ ਟਾਈਮ ਵੀ ਆਉਂਦਾ ਮੇਰੇ ਭਗਤ ਮੈਨੂੰ ਹੀ ਬੰਨ੍ਹ ਲੈਂਦੇ ਆ। ਆਪਣੇ ਬਚਨ 'ਚ ਬੰਨ੍ਹ ਲਿਆ ਤੇ ਪਾਤਸ਼ਾਹ ਕਹਿਣ ਲੱਗੇ ਭਾਈ ਬੰਨੋ ਸਾਹਿਬ ਤੁਸੀਂ ਸਾਨੂੰ ਬਚਨਾਂ 'ਚ ਬੰਨ੍ਹ ਲਿਆ ਜੇ, ਹੁਣ ਅਸੀਂ ਜਵਾਬ ਨਹੀਂ ਦੇ ਸਕੇ ਤੁਹਾਨੂੰ। ਲੈ ਜਾਓ ਗੁਰੂ ਗ੍ਰੰਥ ਸਾਹਿਬ ਤੁਸੀਂ ਆਪਣੇ ਪਿੰਡ, ਪਰ ਇੱਕ ਰਾਤ ਤੋਂ ਵੱਧ ਕੇ ਨਾ ਰੱਖਿਆ ਜੇ ਆਪਣੇ ਘਰ। ਆਪਣੀ ਪੂਰੀ ਰਾਤ ਇੱਕ ਰਾਤੀ ਆਪਣੇ ਪਿੰਡ ਇੱਕੋ ਰਾਤ ਗੁਰੂ ਗ੍ਰੰਥ ਸਾਹਿਬ ਰੱਖਣਾ। ਇਸ ਤੋਂ ਵੱਧ ਕੇ ਆਪਣੇ ਪਿੰਡ ਸਤਿਗੁਰਾਂ ਦੀ ਬਾਣੀ ਦਾ ਗ੍ਰੰਥ ਨਾ ਰੱਖਿਆ ਜੇ। ਹਾਂਜੀ, ਲੇਕਰ ਹਟੋ ਹੋਏ ਜਬ ਪ੍ਰਾਤੀ। ਇੱਕ ਰਾਤ ਆਪਣੇ ਘਰ ਰੱਖ ਕੇ ਤੇ ਅਗਲੇ ਦਿਨ ਵਾਪਸ ਇੱਧਰ ਨੂੰ ਚੱਲ ਪਿਆ ਜੇ, ਤਾਂ ਕਿ ਸਾਨੂੰ ਛੇਤੀ ਛੇਤੀ ਗੁਰੂ ਗ੍ਰੰਥ ਸਾਹਿਬ ਦੇ ਦੁਆਰਾ ਦਰਸ਼ਨ ਹੋ ਜਾਣ। ਹਾਂਜੀ, ਦੂਜੀ ਰਾਤ ਰਾਖੋ ਨਹਿ ਕੈਸੇ। ਦੂਜੀ ਰਾਤ ਆਪਣੇ ਘਰ ਨਾ ਰੱਖਿਆ ਜੇ ਭਾਈ ਸਾਹਿਬ। ਹਾਂਜੀ, ਅਬ ਲੈ ਜਾਓ ਧਿਆਏ ਲਿਆਏ ਪੁੰਨ ਤੈਸੇ। ਲਓ ਫਿਰ ਹੁਣ ਤੁਸੀਂ ਤੁਹਾਨੂੰ ਸੌਂਪ ਦਿੱਤਾ ਗੁਰੂ ਗ੍ਰੰਥ ਸਾਹਿਬ, ਲੈ ਜਾਓ ਆਪਣੇ ਪਿੰਡ ਤੇ ਜਿਵੇਂ ਲੈ ਕੇ ਜਾਣਾ ਉਵੇਂ ਹੀ ਲੈ ਕੇ ਆਉਣਾ। ਇੱਕ ਰਾਤ ਤੋਂ ਵੱਧ ਕੇ ਆਪਣੇ ਘਰ ਨਹੀਂ ਰੱਖਣਾ। ਹਾਂਜੀ, ਅਦਬ ਸਾਥ ਰਾਖੋ ਚੁਕਸਾਈ। ਅਦਬ ਨਾਲ ਲੈ ਕੇ ਜਾਣਾ, ਚੁਕਸਾਈ ਰੱਖਣੀ ਹੈ। ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨਹੀਂ ਹੋਣ ਦੇਣੀ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਪਰਮੇਸ਼ਰ ਦੀ ਬਾਣੀ ਹੈ, ਇਹਦਾ ਅਦਬ ਸਤਿਕਾਰ ਕਰਕੇ ਲੈ ਕੇ ਜਾਣਾ। ਹਾਂਜੀ, ਸੰਗਤ ਅਲ ਬਲ ਹੈ ਸਮਝਾਈ। ਔਰ ਸੰਗਤ ਆਲੇ ਦੁਆਲੇ ਰਵੇ, ਪ੍ਰੇਮ ਨਾਲ ਇਹਨੂੰ ਲੈ ਕੇ ਜਾਓ ਪਾਲਕੀ ਦੇ ਵਿੱਚ। ਜਿਵੇਂ ਲੈ ਕੇ ਜਾਓ ਉਸੇ ਤਰ੍ਹਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵਾਪਸ ਛੱਡ ਕੇ ਜਾਓ, ਪਰ ਆਪਣੇ ਘਰ ਸਿਰਫ ਤੇ ਸਿਰਫ ਇੱਕ ਰਾਤ ਰੱਖਿਆ ਜੇ। ਹਾਂਜੀ, ਇਮ ਕਹਿ ਦਿਓ ਗ੍ਰੰਥ ਲੈ ਚਾਲਾ। ਇਸ ਤਰ੍ਹਾਂ ਮਹਾਰਾਜ ਜੀ ਨੇ ਭਾਈ ਬੰਨੋ ਸਾਹਿਬ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇ ਦਿੱਤਾ ਤੇ ਭਾਈ ਸਾਹਿਬ ਜੀ ਅੰਮ੍ਰਿਤਸਰ ਤੋਂ ਲੈ ਕੇ ਵਾਪਸ ਚੱਲ ਪਏ। ਸੰਗਤ ਜਿਸ ਕੇ ਸੰਗ ਵਿਸਾਲਾ। ਨਾਲ ਬੜੀ ਸੰਗਤ, ਬੜੇ ਪ੍ਰੇਮੀ ਸਿੱਖ ਤੁਰੇ ਜਾਂਦੇ। ਹਾਂਜੀ, ਨਿਕਸ ਗੁਰੂਪੁਰ ਹਿਰਦੇ ਵਿਚਾਰਾ। ਜਦੋਂ ਭਾਈ ਬੰਨੋ ਜੀ ਤੁਰੇ ਅੰਮ੍ਰਿਤਸਰੋਂ ਤਾਂ ਮਨ 'ਚ ਇੱਕ ਹੋਰ ਫੁਰਨਾ ਉੱਠਿਆ। ਮਨ ਦੇ ਵਿੱਚ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਖਿਆਲ ਕਦੋਂ ਆ ਜਾਣੇ ਆ। ਭਾਈ ਬੰਨੋ ਦੇ ਮਨ 'ਚ ਖਿਆਲ ਆ ਗਿਆ। ਹਾਂਜੀ, ਇਹ ਲਿਖਿਓ ਜਾਏ ਅਬ ਸਾਰਾ, ਕਿ ਕਿਸ ਤਰੀਕੇ ਨਾਲ ਇਹ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰ ਲਿਆ ਜਾਵੇ, ਇਹਦਾ ਦੂਸਰਾ ਰੂਪ ਬਣਾ ਲਿਆ ਜਾਵੇ, ਕਾਪੀ ਕਰ ਲਈ ਜਾਵੇ। ਜਦੋਂ 2 ਹੋ ਜਾਣਗੇ, ਦੋਵਾਂ ਤੋਂ ਫਿਰ 4 ਹੋ ਜਾਣਗੇ, ਜਿੰਨੇ ਮਰਜ਼ੀ ਉਤਾਰ ਲਾਂਗੇ। ਤੇ ਫਿਰ ਜਿੱਥੇ ਜਿੱਥੇ ਲੋੜ ਹੋਵੇਗੀ ਉੱਥੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਕਰਾਂਗੇ। ਭਾਈ ਬੰਨੋ ਸੋਚਦਾ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰ ਲਈਏ। ਹਾਂਜੀ, ਏਕ ਨਿਸਾ ਗੁਰ ਆਇਸ ਭਨੀ। ਪਰ ਗੁਰੂ ਜੀ ਨੇ ਆਖਿਆ ਕਿ ਆਪਣੇ ਪਿੰਡ ਇੱਕੋ ਰਾਤ ਰੱਖਣਾ। ਹੁਕਮ ਗੁਰੂ ਦਾ ਮੰਨਣਾ ਜ਼ਰੂਰੀ ਹੈ। ਜੇ ਹੁਕਮ ਨਹੀਂ ਮੰਨਾਂਗੇ ਤੇ ਫਿਰ ਪਾਪ ਲੱਗੇਗਾ, ਦੋਸ਼ ਲੱਗੇਗਾ। ਹਾਂਜੀ, ਲਿਖਿਓ ਜਾਏ ਕਿ ਮੈਂ ਹੈ ਅਨਬਨੀ। ਗੁਰੂ ਗ੍ਰੰਥ ਸਾਹਿਬ ਇੱਕ ਰਾਤ 'ਚ ਲਿਖਿਆ ਨਹੀਂ ਜਾਂਦਾ। ਇੱਕ ਰਾਤ 'ਚ ਤੇ ਜਪਜੀ ਸਾਹਿਬ ਦਾ ਪਾਠ ਨਹੀਂ ਲਿਖਿਆ ਜਾਂਦਾ। ਸਾਰਾ ਗੁਰੂ ਗ੍ਰੰਥ ਸਾਹਿਬ ਕਿਵੇਂ ਲਿਖਿਆ ਜਾਏ? ਐਡਾ ਵੱਡਾ ਗ੍ਰੰਥ। ਭਾਈ ਸਾਹਿਬ ਮੰਨੋ ਜੀ ਸੋਚਾਂ 'ਚ ਪੈ ਗਏ। ਹਾਂਜੀ, ਤਬ ਵਿਚਾਰ ਔਰ ਮਹਿ ਹੋਏ ਆਵਾ। ਤੇ ਮਨ 'ਚ ਫਿਰ ਇਹ ਵਿਚਾਰ ਆਈ, ਇਦਾਂ ਦਾ ਫੁਰਨਾ ਅੰਦਰੋਂ ਹੀ ਫਿਰ ਦੂਸਰਾ ਖਿਆਲ ਆਇਆ। ਹਾਂਜੀ, ਡੇਰਾ ਕਰਹਿ ਕੋਸ ਇੱਕ ਠਾਵਾ। ਕਿ ਗੁਰੂ ਜੀ ਨੇ ਇਹ ਨਹੀਂ ਕਿਹਾ ਵੀ ਰਸਤੇ 'ਚ ਕਿੰਨੀਆਂ ਰਾਤਾਂ ਲਾਣੀਆਂ। ਆਖੋ ਸਤਿਨਾਮ। ਪਿੰਡ ਵਾਸਤੇ ਗਿਆ, ਇੱਕ ਰਾਤ ਪਿੰਡ ਰਹਿਣਾ। ਰਸਤੇ ਬਾਰੇ ਤਾਂ ਨਹੀਂ ਦੱਸਿਆ ਵੀ ਕਿੰਨਾ ਟਾਈਮ ਲੱਗਣਾ। ਇੱਕ ਕੋ ਅੰਮ੍ਰਿਤਸਰ ਤੋਂ ਜਾ ਕੇ ਡੇਰਾ ਕਰ ਲਿਆ। ਅੰਮ੍ਰਿਤਸਰੋਂ ਤੁਰਿਆ ਤੇ ਮੇਰਾ ਖਿਆਲ ਜਿੰਨਾ ਕਾ ਵੇਲੀ ਹਸਪਤਾਲ ਇੰਨਾ ਕੁ ਜਾ ਕੇ ਉੱਥੇ ਛੋਣੀ ਪਾ ਲਈ, ਤੰਬੂ ਲਾ ਲਿਆ, ਉੱਥੇ ਬਹਿ ਗਏ। ਹਾਂਜੀ,
ਤਬ ਹੈ ਲਿਖਾਰੀ ਦੀਏ ਲਗਾਏ। ਤੇ ਲਿਖਾਰੀ ਸਾਧ ਸੰਗਤ ਜੀ ਜਿਹੜੇ ਚੰਗੇ ਚੰਗੇ ਲਿਖਾਰੀ ਸੀ ਨਾ, ਉਹਨਾਂ ਨੂੰ ਫਟਾਫਟ ਗਿਆ ਵੀ ਲੱਗੇ ਰਹੋ, ਸਾਰੀ ਰਾਤ ਲਿਖਣਾ। ਉਸੇ ਵੇਲੇ ਬੈਠ ਗਏ, 2-2 ਘੰਟੇ 3-3 ਘੰਟੇ ਲਿਖਾਰੀ ਬਦਲ ਬਦਲ ਕੇ ਡਿਊਟੀਆਂ ਲਾਉਣ ਲੱਗੇ। 2 ਘੰਟੇ ਮੈਂ ਲਿਖ ਲਿਆ, 2 ਇਹਨਾਂ ਨੇ ਲਿਖ ਲਿਆ, 2 ਤੁਸੀਂ ਲਿਖ ਲਿਆ, ਲੱਗੇ ਰਹੇ ਰਾਤੋਂ ਰਾਤ ਕਿੰਨਾ ਹੀ ਗ੍ਰੰਥ ਲਿਖ ਲਿਆ। ਹਾਂਜੀ, ਲਿਖੋ ਸ਼ਤਾਬੀ ਅਰ ਸਮਝਾਏ। ਸਾਰਿਆਂ ਨੂੰ ਕਿਹਾ ਵੀ ਛੇਤੀ ਲਿਖਣਾ ਤੇ ਤੇਜ਼ੀ ਨਾਲ, ਤੇ ਆਪਾਂ ਪਿੰਡ ਜਾਂਦੇ ਤੱਕ ਅੱਧਾ ਲਿਖ ਲੈਣਾ, ਪਿੰਡ ਰਾਤ ਰਹਿਣਾ ਤੇ ਅਗਲੇ ਦਿਨ ਫਿਰ ਇਸੇ ਤਰ੍ਹਾਂ ਹੌਲੇ ਹੌਲੇ ਤੁਰਦੇ ਵਾਪਸ ਅੰਮ੍ਰਿਤਸਰ ਆਵਾਂਗੇ। ਨਾਲੇ ਦੇ ਸਤਿਗੁਰਾਂ ਦਾ ਬਚਨ ਮੰਨਿਆ ਜਾਏਗਾ ਵੀ ਘਰ 'ਚ ਇੱਕੋ ਰਾਤ ਰੱਖਣਾ, ਤੇ ਨਾਲੇ ਗੁਰੂ ਸਾਹਿਬ ਦਾ ਉਤਾਰਾ ਹੋ ਜਾਏਗਾ ਗੁਰੂ ਗ੍ਰੰਥ ਸਾਹਿਬ ਦਾ। ਹਾਂਜੀ, ਆਪਨ ਪੂਰੀ ਲਗ ਇੱਕ ਇੱਕ ਕੋਸ। ਆਪਣੇ ਪਿੰਡ ਮੰਗਟ ਤੱਕ ਇੱਕ ਇੱਕ ਕੋਹ ਤੇ ਡੇਰਾ ਕਰਦੇ ਗਏ। ਇੱਕ ਕੋਹ ਦਾ ਮਤਲਬ ਹੁੰਦਾ ਵੱਧ ਤੋਂ ਵੱਧ 2-2.5 ਕਿਲੋਮੀਟਰ। ਇੱਕ ਕੋਹ ਇੰਨਾ ਕੁ ਹੁੰਦਾ, 3 ਕਿਲੋਮੀਟਰ ਲਾ ਲਓ। ਇੰਨਾ ਕੁ ਤੁਰਨਾ, ਕੋਹ ਆ ਜਾਣਾ, ਉੱਥੇ ਰੁਕ ਜਾਣਾ। ਉੱਥੇ ਫਟਾਫਟ ਤੰਬੂ ਗੱਡ ਕੇ ਲਿਖਾਰੀਆਂ ਨੂੰ ਬੈਠਾ ਦੇਣਾ। ਉਹਨਾਂ ਨੇ ਫਟਾਫਟ ਲਿਖਣਾ ਸ਼ੁਰੂ ਕਰ ਦੇਣਾ। ਸਾਰਾ ਦਿਨ ਸਾਰੀ ਰਾਤ ਲਿਖਣਾ। ਅਗਲੇ ਦਿਨ ਫਿਰ ਤੁਰਨਾ, ਘੰਟਾ ਕਿ ਤੁਰ ਕੇ ਅੱਗੇ ਬੈਠ ਜਾਣਾ, ਅੱਗੇ ਫਿਰ ਲਿਖਣਾ ਆਪਣੇ ਪਿੰਡ ਜਾਂਦਿਆਂ ਤੱਕ। ਹਾਂਜੀ, ਡੇਰਾ ਗਰਤ ਲਿਖਿਓ ਆਦੋਸ। ਅੱਧਾ ਗੁਰੂ ਗ੍ਰੰਥ ਸਾਹਿਬ ਲਿਖਿਆ, ਅੱਧਾ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਪਿੰਡ ਜਾਂਦਿਆਂ ਤੱਕ ਲਿਖ ਲਿਆ। ਹਾਂਜੀ, ਇੱਕ ਨਿਸ ਬਸ ਕਰ ਨਿਜ ਕਰ ਮਾਹੂ। ਤੇ ਘਰ ਜਾ ਕੇ ਇੱਕ ਰਾਤ ਭਾਈ ਬੰਨੋ ਜੀ ਰਹੇ, ਇੱਕ ਰਾਤ ਪਿੰਡ ਰਹੇ ਤੇ ਗੁਰੂ ਗ੍ਰੰਥ ਸਾਹਿਬ ਆਪਣੇ ਪਿੰਡ ਦੀਆਂ ਸੰਗਤਾਂ ਨੂੰ, ਇਲਾਕੇ ਦੇ ਸੰਗਤਾਂ ਨੂੰ ਦਰਸ਼ਨ ਕਰਾਏ। ਹਾਂਜੀ, ਹਟੇ ਕੋਸ ਇੱਕ ਡੇਰਾ ਰਾਹੂ। ਅਗਲੇ ਦਿਨ ਫਿਰ ਤੁਰ ਪਏ ਵਾਪਸ, ਇੱਕ ਕੋਹ ਤੇ ਫਿਰ ਡੇਰਾ ਕਰ ਲਿਆ ਰਾਹ ਤੇ। ਹਾਂਜੀ, ਇਸੇ ਪ੍ਰਕਾਰ ਸਦਾਸਰ ਆਏ। ਹੌਲੇ ਹੌਲੇ ਇੱਕ ਕੋਹ ਤੇ ਡੇਰਾ ਕਰਦੇ ਵਾਪਸ ਅੰਮ੍ਰਿਤਸਰ ਆ ਗਏ। ਹਾਂਜੀ, ਆਵਤ ਜਾਤੇ ਸਰਬ ਲਿਖਾਏ। ਜਿੰਨਾ ਚਿਰ ਜਾਂਦਿਆਂ ਲੱਗਾ ਸੀ ਉਹਨਾਂ ਆਉਂਦਿਆਂ ਲੱਗਿਆ। ਜਿੰਨਾ ਗ੍ਰੰਥ ਸਾਹਿਬ ਜਾਂਦਿਆਂ ਲਿਖਿਆ ਸੀ ਉਹਨਾਂ ਆਉਂਦਿਆਂ ਲਿਖਿਆ। ਪੂਰਾ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਸਰਾ ਰੂਪ ਤਿਆਰ ਹੋ ਗਿਆ। ਹਾਂਜੀ, ਕੇਤਕ ਸ਼ਬਦ ਲਿਖੇ ਅਧਿਕਾਈ। ਪਰ ਭਾਈ ਬੰਨੋ ਜੀ ਨੇ ਕੁਝ ਸ਼ਬਦ ਵਾਧੂ ਲਿਖ ਦਿੱਤੇ, ਕੁਝ ਬਾਣੀਆਂ ਉਹਨਾਂ ਨੇ ਆਪਣੇ ਗ੍ਰੰਥ ਸਾਹਿਬ ਵਿੱਚ ਜ਼ਿਆਦਾ ਲਿਖ ਦਿੱਤੀਆਂ, ਜਿਹੜੀਆਂ ਪੰਜਵੇਂ ਪਾਤਸ਼ਾਹ ਦੇ ਗ੍ਰੰਥ 'ਚ ਨਹੀਂ ਸਨ, ਉਹ ਉਹਨਾਂ ਨੇ ਆਪਣੇ ਗ੍ਰੰਥ ਵਿੱਚ ਲਿਖੀਆਂ। ਜਿਵੇਂ ਸਾਧ ਸੰਗਤ ਜੀ ਆ ਸ਼ਬਦ ਰਹਿ ਰਾਸ ਦੇ ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਇਹ 5 ਸ਼ਬਦ ਹੁੰਦੇ ਸੀ ਪਹਿਲਾਂ। ਤੇਰਾ ਅੰਤ ਨਾ ਪਾਰਾ ਵਰਿਆ, ਇੱਥੋਂ ਤੱਕ। ਭਾਈ ਬੰਨੋ ਜੀ ਨੇ 4 ਹੋਰ ਲਿਖ ਕੇ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਵਾਲੇ, ਇਹ 9 ਸ਼ਬਦ ਕਰ ਦਿੱਤੇ। ਉਹ ਜਿਹੜੀ ਬੀੜ ਹੁਣ ਕਾਨਪੁਰ ਹੈ, ਯੂਪੀ 'ਚ ਕਾਨਪੁਰ, ਭਾਈ ਸਾਹਿਬ ਦਾ ਪਰਿਵਾਰ ਉੱਥੇ ਆ ਗਿਆ ਸੀ। ਪਹਿਲਾਂ ਪਾਕਿਸਤਾਨ ਸੀ, 47 'ਚੋਂ ਕਾਨਪੁਰ ਆ ਗਏ। ਉੱਥੇ ਉਹ ਮਹਾਰਾਜ ਦਾ ਸਰੂਪ ਕਾਨਪੁਰ ਦੇ ਵਿੱਚ ਇਹਨਾਂ ਨੇ ਭਾਈ ਸਾਹਿਬ ਵਿਆਮ ਸਿੰਘ ਜੀ ਹੋਰਾਂ ਨੇ, ਭਾਈ ਝਿਰਮਲ ਸਿੰਘ ਹੋਰਾਂ ਨੇ ਸੇਵਾ ਵੀ ਕੀਤੀ ਹੈ, ਸਰੂਪ ਦੇ ਦਰਸ਼ਨ ਵੀ ਕੀਤੇ ਹੋਏ। ਉਹ ਸਰੂਪ ਉੱਥੇ ਮੌਜੂਦ ਹੈ ਕਾਨਪੁਰ। ਉਹਦੇ ਵਿੱਚ ਤੁਸੀਂ ਦਰਸ਼ਨ ਕਰੋ ਤੇ 9 ਸ਼ਬਦ 100 ਦੇ ਤੇ 100 ਪੁਰਖ ਦੇ ਆਉਂਦੇ ਆ। ਫਿਰ ਉਹਦੇ ਵਿੱਚ ਰਤਨ ਮਾਲਾ, ਬਾਏ ਆਤਿਸ਼ ਵਾਲਾ ਸ਼ਬਦ, ਰਾਹ ਹਕੀਕਤ ਮੁਕਾਮ, ਇੱਦਾਂ ਦੀਆਂ 9 ਰਚਨਾ ਵਾਧੂ ਹਨ ਜਿਹੜੀਆਂ ਸ੍ਰੀ ਭਾਈ ਬੰਨੋ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਲ ਕਰ ਦਿੱਤੀਆਂ। ਹਾਂਜੀ, ਆਏ ਪੁਨ ਸ੍ਰੀ ਗੁਰ ਅਗਵਾਈ। ਇਹ ਸਰੂਪ ਲੈ ਕੇ ਭਾਈ ਸਾਹਿਬ ਗੁਰੂ ਬੰਨੋ ਜੀ ਵਾਪਸ ਜਦੋਂ ਅੰਮ੍ਰਿਤਸਰ ਆਏ ਤੇ ਗੁਰੂ ਗ੍ਰੰਥ ਸਾਹਿਬ 2 ਲਿਆ ਕੇ ਰੱਖਤੇ। ਹਾਂਜੀ, ਜੁਗਲ ਗ੍ਰੰਥ ਸਾਹਿਬ ਤਰ ਦੀਨੇ। 2 ਗ੍ਰੰਥ ਸਾਹਿਬ ਅੱਗੇ ਰੱਖ। ਇੱਕ ਤਾਂ ਜਿਹੜਾ ਗੁਰੂ ਅਰਜਨ ਦੇਵ ਜੀ ਵਾਲਾ ਸੀ ਪਹਿਲਾ, ਤੇ ਦੂਜਾ ਜਿਹੜੀ ਉਹਦੀ ਕਾਪੀ ਕੀਤੀ, ਉਤਾਰਾ ਕੀਤਾ ਸੀ, ਉਹ ਵੀ ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤੇ। ਹਾਂਜੀ, ਅਦਿਕ ਜੋ ਹੋਤੇ ਸੁਨਾਵਨ ਕੀਨੇ। ਔਰ ਜਿਹੜੇ ਸ਼ਬਦ ਵਾਧੂ ਲਿਖੇ ਸੀ ਉਹ ਵੀ ਮਹਾਰਾਜ ਨੂੰ ਸੁਣਾਤੇ। ਹਾਂਜੀ, ਪਿਖ ਅਰ ਸੁਨ ਸ੍ਰੀ ਸੁਖ ਮੁਖ ਫਰਮਾਇਓ। ਭਾਈ ਬੰਨੋ ਸਾਹਿਬ ਦਾ ਗ੍ਰੰਥ ਵੇਖ ਕੇ ਮਹਾਰਾਜ 5ਵੇਂ ਪਾਤਸ਼ਾਹ ਬੋਲੇ। ਲਿਖ ਕਰ ਅਦਿਕ ਜਿਤੋ ਤੁਮ ਪਾਇਓ। ਭਾਈ ਸਾਹਿਬ ਜੀ, ਆ ਜਿਹੜੀ ਵਾਧੂ ਬਾਣੀ ਤੁਸੀਂ ਪਾਈ ਹੈ ਲਿਖ ਕੇ, ਤਿਸੀ ਬੀੜ ਮਹਿ ਰੱਖੋ ਲਿਖਾਵੋ। ਇਹ ਉਸੇ ਬੀੜ ਵਿੱਚ ਰੱਖਿਆ ਜੇ। ਤੇ ਸਾਡੇ ਵਾਲੀ ਬੀੜ ਵਿੱਚ ਜਿਹੜੀ ਬਾਣੀ ਹੈ ਮੇਰੇ ਸਿੱਖ ਜ਼ਿਆਦਾਤਰ ਉਹ ਹੀ ਮੰਨਣਗੇ।
ਪਰ ਉਹ ਤੁਹਾਡੀ ਬੀੜ ਨੂੰ ਉਹਨੂੰ ਭਾਈ ਬੰਨੋ ਵਾਲੀ ਬੀੜ ਕਰਕੇ ਜਾਣਿਆ ਕਰਨਗੇ। ਉਹਨੂੰ ਖਾਰੀ ਬੀੜ ਵੀ ਕਹਿੰਦੇ ਆ। ਹਾਂਜੀ, ਨਹਿ ਇਸ ਗ੍ਰੰਥ ਵਿਖੇ ਸੋ ਪਾਵੋ, ਉਹ ਅਸੀਂ ਆਪਣੇ ਸਰੂਪ ਵਿੱਚ ਨਹੀਂ ਪਾਉਣਾ, ਇਸ ਗ੍ਰੰਥ ਵਿੱਚ ਨਾ ਪਾਓ, ਉਹਦੇ ਵਿੱਚ ਹੀ ਰਹਿਣ ਦਿਓ। ਸੋ ਗੁਰੂ ਗ੍ਰੰਥ ਸਾਹਿਬ ਦੇ 3 ਭੇਦ ਹਨ। ਪਹਿਲੀ ਜੋ ਮਹਾਰਾਜ ਦੀ ਜਿਲਦ ਹੈ ਉਹ ਹੈ ਸ੍ਰੀ ਕਰਤਾਰਪੁਰ ਵਾਲੀ, ਜੋ ਭਾਈ ਗੁਰਦਾਸ ਜੀ ਨੇ ਲਿਖੀ ਸਭ ਤੋਂ ਪਹਿਲਾਂ। ਉਹਦਾ ਬਾਕੀ ਸਾਰੀਆਂ ਬੀੜਾਂ ਨਾਲੋਂ ਭੇਦ ਹੈ। ਦੂਸਰਾ ਜਿਹੜਾ ਭਾਈ ਬੰਨੋ ਜੀ ਰਸਤੇ 'ਚ ਜਾਂਦਿਆਂ ਤੇ ਆਉਂਦਿਆਂ ਉਤਾਰਾ ਕੀਤਾ, ਜਿਹੜੀ ਆਪਾਂ ਕਥਾ ਸੁਣੀ ਹੈ ਹੁਣੇ, ਇਹਦੇ 'ਚ 9 ਬਾਣੀਆਂ ਵਾਧੂ ਹਨ। ਤੇ ਸਾਧ ਸੰਗਤ ਜੀ, ਇਹਦੇ ਵਿੱਚ ਇਸ ਬੀੜ ਦੀਆਂ ਕਾਪੀਆਂ ਬਹੁਤ ਜ਼ਿਆਦਾ ਹੋਈਆਂ। ਇਹਦੇ ਉਤਾਰੇ 2500 ਤੋਂ ਵੱਧ ਕੇ ਉਤਾਰੇ 1984 ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਜਦੋਂ ਇੰਦਰਾ ਗਾਂਧੀ ਨੇ ਹਮਲਾ ਕੀਤਾ, ਉਦੋਂ ਬਲੂਚਿਸਤਾਨ ਵੇਲੇ ਉਹ ਸਰੂਪ ਚੁੱਕੇ ਗਏ। ਉਹ ਲੈ ਕੇ ਚੁੱਕ ਕੇ ਹੱਥ ਲਿਖਤ ਖਜ਼ਾਨਾ ਸਾਰਾ, ਉਹਦੇ ਵਿੱਚ 2500 ਤੋਂ ਵੱਧ ਬੀੜਾਂ ਜਿਹੜੀਆਂ ਸੀ ਭਾਈ ਬੰਨੋ ਦੀ ਕਾਪੀਆਂ ਸਨ, ਹੱਥ ਲਿਖਤ। ਪਟਨੇ ਸਾਹਿਬ ਤਖਤ ਸਾਹਿਬ ਦੇ ਅੰਦਰ ਜਿਹੜੀ ਬੀੜ ਹੈ, ਜਿਹਨੂੰ ਵੱਡਾ ਬਾਬਾ ਜੀ ਕਹਿੰਦੇ ਨੇ, ਜਿਹਦੇ 'ਚ 10ਵੇਂ ਪਾਤਸ਼ਾਹ ਦੇ ਦਸਖਤ ਵੀ ਨੇ, ਔਰ ਦੂਜੀ ਬੀੜ ਮੈਣੀ ਰਾਣੀ ਫਤਿਹ ਸ਼ਾਹ ਰਾਣੀ ਦੇ ਘਰ, ਜਿੱਥੇ ਮਹਾਰਾਜ 10ਵੇਂ ਪਾਤਸ਼ਾਹ ਛੋਲਿਆਂ ਦਾ ਤੇ ਪੂੜੀਆਂ ਦਾ ਲੰਗਰ ਛਕਿਆ ਕਰਦੇ ਸੀ, ਉਸ ਘਰ ਦੇ ਵਿੱਚ ਜਿਹੜੀ ਬੀੜ ਹੈ, ਉਹਨਾਂ ਬੀੜਾਂ ਵਿੱਚ ਤੇ ਲਖਨਊ ਵਾਲੀ ਬੀੜ, ਅਈਆਗੰਜ ਵਾਲੀ, ਇਹ ਦਾਸ ਨੇ ਕਈ ਬੀੜਾਂ ਦੇ ਦਰਸ਼ਨ ਕੀਤੇ। 10ਵੇਂ ਪਾਤਸ਼ਾਹ ਦੇ ਦਸਖਤ ਵੀ ਨੇ 3 ਬੀੜਾਂ ਵਿੱਚ। ਉਹ ਸਾਰੀਆਂ ਭਾਈ ਬੰਨੋ ਵਾਲੀ ਬੀੜਾਂ ਦਾ ਕਾਪੀਆਂ ਹਨ। ਜਿਹੜੀ ਡਰੌਲੀ ਬੀੜ ਹੈ ਮੋਗੇ, ਉਹ ਵੀ ਭਾਈ ਬੰਨੋ ਵਾਲੀ ਬੀੜ ਦਾ ਹੀ ਉਤਾਰਾ ਹੈ। ਸੋ ਉਸ ਬੀੜ ਦੀਆਂ ਬਹੁਤ ਉਤਾਰੇ ਹੋਏ। ਤੀਸਰੀ ਬੀੜ ਹੈ ਜਿਹੜੀ ਮਹਾਰਾਜ ਨੇ ਭਾਈ ਮਨੀ ਸਿੰਘ ਤੋਂ ਲਿਖਾਈ, ਦਮਦਮੇ ਸਾਹਿਬ। ਬਾਬਾ ਦੀਪ ਸਿੰਘ ਜੀ ਨੇ ਕਲਮਾਂ ਘੜ ਕੇ ਕਾਗਜ਼ ਲਿਖ ਕੇ ਦਿੱਤੇ ਤੇ ਭਾਈ ਮਨੀ ਸਿੰਘ ਨੇ ਲਿਖਿਆ, ਤੇ ਉਹਦੇ 4 ਉਤਾਰੇ ਬਾਬਾ ਦੀਪ ਸਿੰਘ ਨੇ ਕੀਤੇ, ਜਿਨ੍ਹਾਂ ਚੋਂ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੇ, ਜਿਹੜਾ ਹਰਿਮੰਦਰ ਸਾਹਿਬ ਸਾਲ ਵਿੱਚ 5 ਵਾਰੀ ਪ੍ਰਕਾਸ਼ ਹੁੰਦਾ, ਇੱਕ ਹਜੂਰ ਸਾਹਿਬ ਵੱਡਾ ਬਾਬਾ ਜੀ ਕਹਿੰਦੇ ਉਹਨੂੰ, ਇੱਕ ਪਟਨੇ ਸਾਹਿਬ, ਇੱਕ ਅਨੰਦਪੁਰ ਸਾਹਿਬ। ਇਹ ਜਿਹੜੇ ਸਰੂਪ ਨੇ ਇਹਨੂੰ ਦਮਦਮੀ ਬੀੜਾਂ ਕਹਿੰਦੇ ਨੇ। ਜਿਹੜੀਆਂ ਅੱਜ ਕੱਲ੍ਹ ਮਹਾਰਾਜ ਦੇ ਗੁਰਦੁਆਰਿਆਂ 'ਚ ਪ੍ਰਕਾਸ਼ ਹੋ ਰਹੇ ਨੇ, ਗੁਰੂ ਗ੍ਰੰਥ ਸਾਹਿਬ ਛਪੇ ਹੋਏ, ਇਹ ਸਾਰੀਆਂ ਦਮਦਮੀ ਸਾਹਿਬ ਵਾਲੀਆਂ ਬੀੜਾਂ, ਦਮਦਮੇ ਬੀੜਾਂ ਕਹਿੰਦੇ ਉਹਨਾਂ ਨੂੰ। ਇਹ ਭਾਈ ਮਨੀ ਸਿੰਘ ਦੇ ਹੱਥ ਦੀਆਂ ਲਿਖੀਆਂ, ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪਵਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਨ ਕੀਤਾ ਗ੍ਰੰਥ ਸਾਹਿਬ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਸਰਾ ਸਰੂਪ ਭਾਈ ਬੰਨੋ ਜੀ ਨੇ ਤਿਆਰ ਕੀਤਾ ਸੀ। ਉਹ ਸਰੂਪ ਮਹਾਰਾਜ ਦੇ ਕੋਲ ਲੈ ਕੇ ਆਏ ਨੇ। ਹਾਂਜੀ, ਜਾਂ ਤੇ ਭਈ ਬੀੜ ਦਾ ਗ੍ਰੰਥ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ 2 ਬੀੜਾਂ ਹੋ ਗਈਆਂ। ਲਿਖਤ ਪੜਤ ਸ੍ਰੀ ਸਤਿਗੁਰ ਪੰਥ। ਗੁਰੂ ਸਾਹਿਬ ਦਾ ਪੰਥ, ਖਾਲਸਾ ਪੰਥ, ਇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਦਾ ਵੀ ਹੈ, ਉਤਾਰੇ ਕਰਦਾ ਰਿਹਾ, ਪੜ੍ਹਦਾ ਰਿਹਾ, ਬਾਣੀ ਦਾ ਅਭਿਆਸ ਕਰਦੇ ਰਹੇ ਸਿੰਘ। ਬਹੁਤ ਅਭਿਆਸੀ ਸਿੰਘ ਹੋਏ ਬਾਣੀ ਦੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਕਾਬਲ ਵਿੱਚ ਵੀ ਤੇ ਅਫਗਾਨਿਸਤਾਨ ਵਿੱਚ ਵੀ, ਇੱਧਰ ਪੂਰਬ ਹਿੰਦੁਸਤਾਨ ਪਟਨਾ ਸਾਹਿਬ, ਅਸਾਮ ਤੇ ਲక్ష్ਮੀਪੁਰ ਤੇ ਗੁਹਾਟੀ, ਧੂਬੜੀ ਸਾਹਿਬ ਦਾਸ ਨੇ ਦੇਖੀਆਂ ਹਨ। ਤੇ ਬਹੁਤ ਸਾਰੀਆਂ ਬੀੜਾਂ, ਇਹ ਜ਼ਿਆਦਾਤਰ ਜਿਹੜੀਆਂ ਬੀੜਾਂ ਹਨ ਭਾਈ ਬੰਨੋ ਸਾਹਿਬ ਵਾਲੀਆਂ ਮਿਲਦੀਆਂ ਨੇ, ਹੱਥ ਲਿਖਤਾਂ ਪੁਰਾਤਨ ਗੁਰੂ ਕਾਲ ਦੀਆਂ। ਹਾਂਜੀ, ਸੁਨਤ ਪਠਤ ਜਨ ਹਿਰਦੈ ਵਸਾਈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸੁਣਦਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦਾ ਹੈ, ਜਿਹੜਾ ਹਿਰਦੇ 'ਚ ਵਸਾਉਂਦਾ ਹੈ, ਤਿੰਨ ਪਰ ਕਬ ਪੁਨ ਬਲ ਜਾਈ। ਉਹਨਾਂ ਤੋਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਬਲਿਹਾਰ ਜਾਂਦਾ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਕਰਤਾ। ਗੁਰੂ ਗ੍ਰੰਥ ਸਾਹਿਬ ਦੇ ਕੋ ਮੱਥਾ ਟੇਕ ਲਵੇ, ਦਰਸ਼ਨ ਕਰ ਲਵੇ, ਬਾਣੀ ਸੁਣ ਲਵੇ, ਬਾਣੀ ਪੜ੍ਹ ਲਵੇ, ਉਹਦਾ ਬੇੜਾ ਪਾਰ ਹੋਣਾ ਹੀ ਹੋਣਾ। ਸ਼ਰਧਾ ਨਾਲ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਗੁਰੂ ਗ੍ਰੰਥ ਸਾਹਿਬ ਪਾਰ ਲੰਘਾਉਣ ਵਾਸਤੇ ਸਾਨੂੰ ਸਾਡਾ ਭਲਾ ਕਰਦੇ ਮਹਾਰਾਜ ਬਾਣੀ ਰੂਪ। ਤੇ ਸਾਧ ਸੰਗਤ ਜੀ,
गुरु ग्रंथ साहब के चरणों 'च आपां भी अपना जीवन सफला करिए। अरदास करिए महाराज अपनी बाणी नाल जोड़न जीवन सफला होवे। भुल्लां चुकां दी खिमा। ये अध्याय की इत्थे ही समाप्ति है, समय के लिहाज नाल समाप्ति है जी। हे गोबिंद हे गोपाल।